हेलो स्टूडेंट्स, हाउ आर यू? वेलकम टू योर बॉटनी लेक्चर। बेटा अज आप स्टार्ट करांगे पॉपुलेशन इकोलॉजी। हुण पॉपुलेशन नाम तो ही क्लीयर आ, जनसंख्या मीनस टोटल नंबर ऑफ इंडिविजुअल्स जिहड़े किसी पर्टिकुलर एरिया दे विच रहिंदे आ, उहनूं असीं कहने आ पॉपुलेशन। तो पॉपुलेशन हुण स्पीशीज़ क्या हुंदा है? स्पीशीज़ तो आपां पढ़िया आ, टैक्सोनॉमिक यूनिट आ, किसी भी कह लो क्लासीफिकेशन दी या वर्गीकरण दी सब तो छोटी बेसिक यूनिट आ। ਇਹਦੇ ਵਿੱਚ ਆਉਂਦੇ ਆ ਇੰਡੀਵਿਜੂਅਲਸ ਜਿਹੜੇ ਸਿਮਿਲਰ ਹੁੰਦੇ ਆ ਟੋਟਲੀ ਔਰ कैपेबल ਹੁੰਦੇ ਆ फॉर ਰੀਪਰੋਡਕਸ਼ਨ ਤੇ ਪ੍ਰੋਡਿਊਸ ਕਰਦੇ ਆ ਆਫਸਪ੍ਰਿੰਗਸ। ਇਹਨੂੰ ਅਸੀਂ ਕਹਿੰਦੇ ਆ ਸਪੀਸ਼ੀਜ਼। ਹੁਣ ਸਪੀਸ਼ੀਜ਼ ਇਕੋਲੋਜੀ ਜਾਂ ਆਰਟ ਇਕੋਲੋਜੀ ਇਹ ਬ੍ਰਾਂਚ ਆਫ ਇਕੋਲੋਜੀ ਆ ਜਿਹੜੀ ਕੰਸਰਨਡ ਹੁੰਦੀ ਆ ਵਿਦ ਦ ਸਟੱਡੀ ਆਫ ਇੰਡੀਵਿਜੂਅਲ ਸਪੀਸ਼ੀਜ਼ ਔਰ ਪਾਪੂਲੇਸ਼ਨ in relation to वही biotic, abiotic components as well as with the environment। ਤੇ ਹੁਣ population ਜਿਹੜਾ ਆ ਇਹ ਸਾਡਾ ਟੌਪਿਕ ਆ the group of interbreeding individuals of a species। ਇੱਕ ਸਪੀਸ਼ੀਜ਼ ਦੇ ਸਾਰੇ ਇੰਡੀਵਿਜੂਅਲਸ ਉਹਨੂੰ ਅਸੀਂ ਕਹਿੰਦੇ ਆ population of that area। ਹੁਣ ਜਿੰਨੇ ਸਪੀਸ਼ੀਜ਼ ਹੋਈ ਉਹਦੀ ਅਲੱਗ ਅਲੱਗ ਜਿੰਨੇ ਵੀ ਇੰਡੀਵਿਜੂਅਲਸ ਹੋਏ ਜਿੱਥੇ ਵੀ ਰਹਿੰਦੇ ਆ ਔਰ ਪਰਟੀਕੂਲਰ ਟਾਈਮ 'ਤੇ ਜੇ ਅਸੀਂ ਜਨਗਣਨਾ ਕਰੀਏ ਤਾਂ ਉਹਨੂੰ ਆਪਾਂ ਕਹਿੰਦੇ ਆ ਪਾਪੂਲੇਸ਼ਨ। ਹੁਣ ਪਲਾਂਟ ਸਪੀਸ਼ੀਜ਼ ਦੇ ਵਿੱਚ ਉਹਨਾਂ ਦੀ ਵੀ ਬਹੁਤ ਸਾਰੀ ਪਾਪੂਲੇਸ਼ਨ ਹੁੰਦੀ ਆ ਹਰ ਸਪੀਸ਼ੀਜ਼। ਜਿੱਦਾਂ ਹੁਣ ਮੈਂਗੋ ਆ, ਤੁਸੀਂ ਅਗਰ ਮਾਰਕੀਟ 'ਚ ਵੀ ਲੈਣ ਜਾਓ ਮੈਂਗੋ ਤਾਂ ਤੁਹਾਨੂੰ ਕਈ ਤਰੀਕੇ ਦੇ ਮਿਲਦੇ ਆ। ਲੰਗੜਾ ਮੈਂਗੋ ਹੋ ਗਿਆ, ਦੈਨ ਜਿਹੜੇ ਅਲਫੋਂਜ਼ਾ ਹੋ ਗਿਆ, ਤੋਤਾਪੁਰੀ ਹੋ ਗਏ, ਇੱਦਾਂ ਬਹੁਤ ਸਾਰੇ, ਤਪਕਾ ਅੰਬ ਹੋ ਗਿਆ, ਇੱਦਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਵੈਰਾਈਟੀਜ਼ ਮਿਲਦੀਆਂ ਆ। ਤਾਂ ਮੈਂਗੋ ਮੈਂਗਨੀਫੇਰਾ ਇੰਡੀਕਾ ਇਜ਼ ਅ ਜੀਨਸ, ਉਹਦੀ ਬਹੁਤ ਸਾਰੀ ਸਪੀਸ਼ੀਜ਼ ਆ ਜਿਵੇਂ ਇੰਡੀਕਾ ਵਗੈਰਾ। ਉਹਦੇ ਆ ਸਪੀਸ਼ੀਜ਼ ਦੀਆਂ ਵੀ ਅੱਗੇ ਬਹੁਤ ਸਾਰੇ ਇੰਡੀਵਿਜੂਅਲਸ ਹੁੰਦੇ ਆ। ਤਾਂ ਇਹਨੂੰ ਆਪਾਂ ਕਹਿੰਦੇ ਆ ਪਰਟੀਕੂਲਰ ਟਾਈਮ ਪਰਟੀਕੂਲਰ ਏਰੀਆ ਦੇ ਵਿੱਚ ਗਰੁੱਪ ਆਫ ਇੰਡੀਵਿਜੂਅਲਸ ਆਫ ਅ ਸਪੀਸ਼ੀਜ਼ ਇਜ਼ ਨੋਨ ਐਜ਼ ਪਾਪੂਲੇਸ਼ਨ। ਹੁਣ ਸਟੱਡੀ ਆਫ ਪਾਪੂਲੇਸ਼ਨ ਅਸੀਂ ਜਿਹੜੀ ਬ੍ਰਾਂਚ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਪਾਪੂਲੇਸ਼ਨ ਇਕੋਲੋਜੀ। ਇਹ ਮਾਡਰਨ ਇਕੋਲੋਜੀ ਦੀ ਟਰਮ ਆ ਅਤੇ ਕਰੈਕਟਰ ਇਹਦੇ ਵਿੱਚ ਅਸੀਂ ਬਹੁਤ ਸਾਰੇ ਫੈਕਟਰਸ ਪੜ੍ਹਨੇ ਆ ਜਿਵੇਂ ਬਰਥ ਰੇਟ ਹੋ ਗਿਆ, ਡੈਥ ਰੇਟ ਹੋ ਗਿਆ, ਸਟਰਕਚਰ ਹੋ ਗਈ ਉਹਦੀ, ਇਸ ਤਰ੍ਹਾਂ ਬਹੁਤ ਸਾਰੇ ਫੈਕਟਰਸ ਪੜ੍ਹਨੇ ਆ। ਪਾਪੂਲੇਸ਼ਨ ਇਕੋਲੋਜੀ ਨੂੰ ਡਰਮੋਕੋਲੋਜੀ ਵੀ ਕਹਿੰਦੇ ਆ, ਡੈਮੋਕੋਲੋਜੀ ਵੀ ਕਹਿੰਦੇ ਆ। ਇਹ ਖਾਸ ਕਰਕੇ ਧਿਆਨ ਰੱਖਣਾ ਆ, ਇਹ ਇੰਪੋਰਟੈਂਟ ਆ, ਕਿਸੇ ਵੀ ਨਾਮ ਨਾਲ ਕੁਐਸਚਨ ਆ ਸਕਦਾ ਡੈਮੋਕੋਲੋਜੀ। then concept of population ecology ਤਾਂ ਪਤਾ ਹੀ ਹੈ ਕਿ particular species in a particular area ਉਹਦੀ ਅਸੀਂ ਸਟੱਡੀ ਕਰਨੀ ਅਤੇ ਉਹਦੇ ਅੱਗੇ ਰੀਪਰੋਡਕਸ਼ਨ ਵੀ ਹੁੰਦੇ ਆ ਅਤੇ ਉਹਨਾਂ ਤੋਂ ਹੋਰ ਇੰਡੀਵਿਜੂਅਲਸ ਉਹਨਾਂ ਸੇਮ ਇੰਡੀਵਿਜੂਅਲਸ ਜਾਂ ਉਹਨਾਂ ਦੇ ਆਫਸਪ੍ਰਿੰਗਸ ਪ੍ਰੋਡਿਊਸਡ ਹੁੰਦੇ ਆ। ਫਿਰ ਉਹਨਾਂ ਨੂੰ ਨਿਊਟਰੀਐਂਟਸ ਚਾਹੀਦੇ ਹੁੰਦੇ ਆ। ਦੈਨ ਇੰਡੀਵਿਜੂਅਲ ਜਿਹੜੇ ਆ ਅਦਰ ਏਬਾਇਓਟਿਕ ਫੈਕਟਰਸ ਜਿਵੇਂ ਵਿੰਡ ਹੋ ਗਿਆ, ਵਾਟਰ ਹੋ ਗਿਆ, ਉਹ ਸਾਰਿਆਂ 'ਤੇ ਡਿਪੈਂਡੈਂਟ ਹੁੰਦੇ ਆ। ਤਾਂ ਇੱਦਾਂ ਪਾਪੂਲੇਸ਼ਨ ਕਿੰਨੀ ਕੁ ਗਰੋਥ ਹੋਈ ਪਾਪੂਲੇਸ਼ਨ ਦੀ, ਕਿਹੜੇ ਕਿਹੜੇ ਇਨਵਾਇਰਮੈਂਟਲ ਫੈਕਟਰਸ ਨੇ ਪਾਪੂਲੇਸ਼ਨ ਨੂੰ ਅਫੈਕਟ ਕੀਤਾ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਫਰੋਮ ਟਾਈਮ ਟੂ ਟਾਈਮ ਉਹ ਅਸੀਂ ਸਾਰੀ ਸਟੱਡੀ ਕਰਨੀ ਆ ਪਾਪੂਲੇਸ਼ਨ ਇਕੋਲੋਜੀ ਦੇ ਵਿੱਚ। ਅਤੇ ਹੁਣ ਬੇਟਾ ਅੱਗੇ ਜਿਹੜਾ ਮੇਨ ਹੁਣ ਸਾਡਾ ਇਹ ਤਾਂ ਇੰਟਰੋਡਕਟਰੀ ਪਾਰਟ ਸੀਗਾ, ਮੇਨ ਹੈਗਾ ਆ ਕਰੈਕਟਰਿਸਟਿਕਸ ਆਫ ਪਾਪੂਲੇਸ਼ਨ। ਇਹ ਇੰਪੋਰਟੈਂਟ ਹੈ, ਇੱਥੇ ਤੁਹਾਡੇ ਇੱਕ ਦੋ ਕੁਐਸਚਨ ਬਣ ਜਾਣੇ ਇੱਕ ਅੱਧਾ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਸਾਈਜ਼ ਔਰ ਡੈਂਸਿਟੀ। ਹੁਣ ਸਾਈਜ਼ ਔਰ ਡੈਂਸਿਟੀ ਜਿਹੜੀ ਆ ਉਹ
ਸਾਈਜ਼ ਔਰ ਡੈਂਸਿਟੀ ਜਿਹੜੀ ਆ ਕੁਛ ਜਿਵੇਂ ਸਾਈਜ਼ ਅਸੀਂ ਐਕਸਪ੍ਰੈਸ ਕਰਦੇ ਹਾਂ ਇਨ ਟਰਮਸ ਆਫ ਟੋਟਲ ਨੰਬਰ ਆਫ ਇੰਡੀਵਿਜੂਅਲਸ ਇਨ ਅ ਪਾਪੂਲੇਸ਼ਨ। ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜਿੰਨੇ ਜ਼ਿਆਦਾ ਮੈਂਬਰਸ ਹੋਣਗੇ ਕਿਸੇ ਵੀ ਇੰਡੀਵਿਜੂਅਲ ਦੇ ਜਾਂ ਇੱਕ ਫੈਮਿਲੀ ਦੇ ਵਿੱਚ, ਉਹਨੂੰ ਆਪਾਂ ਉਸ ਘਰ ਦੀ ਪਾਪੂਲੇਸ਼ਨ ਕਹਿ ਦਈਦਾ ਆ। ਤਾਂ ਸਾਈਜ਼ ਜਿਹੜਾ ਆ ਉਹਨੂੰ ਆਪਾਂ ਐਕਸਪ੍ਰੈਸ ਕਰਦੇ ਹਾਂ ਟੋਟਲ ਨੰਬਰ ਆਫ ਇੰਡੀਵਿਜੂਅਲਸ ਇਨ ਅ ਪਾਪੂਲੇਸ਼ਨ। ਅਤੇ ਹੁਣ ਡੈਂਸਿਟੀ ਜੇ ਅਸੀਂ ਡਿਫਾਈਨ ਕਰਨੀ ਹੋਵੇ ਤਾਂ ਉਹ ਸਾਈਜ਼ ਆਫ ਐਨੀ ਪਾਪੂਲੇਸ਼ਨ ਇਨ ਰਿਲੇਸ਼ਨ ਟੂ ਇੰਡੀਵਿਜੂਅਲਸ, ਕਹਿ ਲਓ ਕਿ ਇਨ ਰਿਲੇਸ਼ਨ ਟੂ ਯੂਨਿਟ ਏਰੀਆ ਮੀਨਸ ਇੱਕ ਏਰੀਆ, ਪਰਟੀਕੂਲਰ ਏਰੀਆ ਦੇ ਵਿੱਚ ਜਿੰਨਾ ਵੀ ਪਾਪੂਲੇਸ਼ਨ ਹੁੰਦੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਡੈਂਸਿਟੀ। ਤਾਂ ਬੇਟਾ ਧਿਆਨ ਰੱਖਣਾ, ਸਾਈਜ਼ ਕੀ ਆ? ਟੋਟਲ ਨੰਬਰ ਆਫ ਇੰਡੀਵਿਜੂਅਲਸ ਇਨ ਅ ਪਾਪੂਲੇਸ਼ਨ, ਠੀਕ ਹੈ। ਔਰ ਡੈਂਸਿਟੀ ਕੀ ਆ? ਸਾਈਜ਼ ਆਫ ਐਨੀ ਪਾਪੂਲੇਸ਼ਨ ਇਨ ਰਿਲੇਸ਼ਨ ਟੂ ਯੂਨਿਟ ਏਰੀਆ। ਜਿਵੇਂ ਹੁਣ ਗੜਸ਼ੰਕਰ ਦੇ ਵਿੱਚ ਜਿੰਨੀ ਵੀ ਪਾਪੂਲੇਸ਼ਨ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਡੈਂਸਿਟੀ। ਅਤੇ ਇਹਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਇਨ ਟਰਮਸ ਆਫ ਨੰਬਰ ਆਫ ਇੰਡੀਵਿਜੂਅਲਸ ਪਰ ਯੂਨਿਟ ਏਰੀਆ ਔਰ ਵੋਲਿਊਮ। ਤਾਂ ਆਪਾਂ ਇਹਨੂੰ ਨਿਊਮੈਰੀਕਲ ਡੈਂਸਿਟੀ ਵੀ ਕਹਿ ਸਕਦੇ ਹਾਂ। ਤਾਂ ਜਿਹੜੀ ਡੈਂਸਿਟੀ ਆ ਉਹਨੂੰ ਨਿਊਮੈਰੀਕਲ ਡੈਂਸਿਟੀ ਵੀ ਕਹਿ ਸਕਦੇ ਹਾਂ। ਹੁਣ ਨਿਊਮੈਰੀਕਲ ਇਹਨੂੰ ਅਗਰ ਅਸੀਂ ਡਿਟਰਮਾਈਨ ਕਰਨਾ ਹੋਵੇ ਕਿ ਕਿਵੇਂ ਡੈਂਸਿਟੀ ਨੂੰ ਫਾਈਂਡ ਕਰਨਾ ਆ, ਤਾਂ ਆਪਾਂ ਵੈਟ ਵੇਟ ਲੈ ਲਈਦਾ ਆ ਕਿਸੇ ਵੀ। ਹੁਣ ਪਲਾਂਟ ਦਾ ਕਰਨਾ ਜ਼ਰਾ ਈਜ਼ੀ ਆ ਡੈਂਸਿਟੀ ਫਾਈਂਡ ਕਰਨਾ। ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਵੇ ਕਿ ਜਿਵੇਂ ਗਰਾਸ ਆ ਜਾਂ ਕੋਈ ਕਰੋਪ ਆ, ਉਹਨੂੰ ਆਪਾਂ ਉਖਾੜ ਕੇ ਲੈ ਆਈਦਾ, ਸਾਫ਼ ਸੁਫ ਕਰਕੇ, ਹਲਕਾ ਜਿਹਾ ਵਾਸ਼ ਕਰਕੇ, ਮਸਲਿਨ ਕਲੋਥ ਨਾਲ ਉਹਨੂੰ ਸਾਫ਼ ਕਰਕੇ ਪਹਿਲਾਂ ਆਪਾਂ ਉਹਦਾ ਫਰੈਸ਼ ਵੇਟ ਲੈ ਲਈਦਾ ਆ। ਤਾਂ ਉਹ ਵੈਟ ਵੇਟ ਹੋ ਗਿਆ। ਫਿਰ ਆਪਾਂ ਉਹਨੂੰ ਅਵਨ 'ਚ ਰੱਖ ਦਈਦਾ ਆ ਓਵਰਨਾਈਟ ਡਰਾਈ ਹੋਣ ਲਈ, ਪਰਟੀਕੂਲਰ ਟੈਂਪਰੇਚਰ ਜਿੰਨਾ ਚਾਹੀਦਾ ਹੁੰਦਾ ਉਹ ਸੈੱਟ ਕਰ ਦਈਦਾ ਆ। ਫਿਰ ਅਸੀਂ 24 ਘੰਟੇ ਰੱਖਣ ਤੋਂ ਬਾਅਦ 'ਚ ਉਹਦਾ ਡਰਾਈ ਵੇਟ ਫਾਈਂਡ ਕਰ ਲਈਦਾ ਆ। ਹੁਣ ਇਹ ਵੋਲਿਊਮ ਪਰ ਯੂਨਿਟ ਏਰੀਆ ਵੀ ਹੋ ਸਕਦਾ ਆ, ਹੈ ਨਾ, ਬਾਇਓਮਾਸ ਡੈਂਸਿਟੀ। ਤਾਂ ਇਸ ਤਰ੍ਹਾਂ ਇਹ ਮੈਥਡ ਹੈਗਾ, ਮੈਨੂਅਲ ਮੈਥਡ ਹੈਗਾ ਫॉर द ਡਿਟਰਮੀਨੇਸ਼ਨ ਆਫ ਦ ਡੈਂਸਿਟੀ। ਹੁਣ ਐਗਜ਼ਾਮਪਲ ਇੱਥੇ ਦਿੱਤੀ ਹੋਈ ਆ ਕਿ ਫੋਰ ਐਗਜ਼ਾਮਪਲ ਅਗਰ ਡੈਂਸਿਟੀ ਆਫ ਮੈਂਗੋ ਟਰੀ ਪਾਪੂਲੇਸ਼ਨ ਦੇ ਵਿੱਚ ਤੁਸੀਂ ਫਾਈਂਡ ਆਊਟ ਕਰਨੀ ਆ ਤਾਂ ਇਟ ਇਜ਼ ਐਕਸਪ੍ਰੈਸਡ ਐਜ਼ 500 ਟਰੀਜ਼ ਪਰ ਹੈਕਟੇਅਰ। ਤਾਂ ਕਿਵੇਂ ਆਪਾਂ ਫਾਈਂਡ ਕਰਾਂਗੇ? ਸਪੋਜ਼ ਮੈਂਗੋ ਟਰੀ ਲੱਗਿਆ ਆ, ਉਸ ਕਿਸੇ ਵੀ ਜਗ੍ਹਾ 'ਤੇ ਅਗਰ 10 ਮੈਂਗੋ ਟਰੀ ਲੱਗੇ ਆ ਤਾਂ ਆਪਾਂ 10 ਜਿਹੜੇ ਹੈਗੇ ਆ ਉਹ ਡੈਂਸਿਟੀ ਹੋ ਗਈ ਆਫ ਦੈਟ ਏਰੀਆ। ਤਾਂ ਇਹ ਸਾਰੇ ਜਿਹੜੇ ਆ ਮੈਨੂਅਲ ਮੈਥਡ ਆ ਫॉर द ਡਿਟਰਮੀਨੇਸ਼ਨ ਆਫ ਦ ਡੈਂਸਿਟੀ। ਹੁਣ ਅਗਰ ਡੈਂਸਿਟੀ ਆਫ ਮਾਈਕਰੋ ਆਰਗੈਨਿਜ਼ਮਸ ਦੇਖਣੀ ਆ ਤਾਂ ਇਟ ਇਜ਼ ਐਕਸਪ੍ਰੈਸਡ ਐਨ ਨੰਬਰ ਆਫ ਸੈਲਸ ਪ੍ਰੈਜ਼ੈਂਟ ਇਨ 1 ਕਿਊਬਿਕ ਮੀਟਰ। ਇਹਦੇ ਲਈ ਏਰੀਆ ਆਪਾਂ ਛੋਟਾ ਲੈ ਲਈਦਾ ਆ, 1 ਕਿਊਬਿਕ ਮੀਟਰ ਦਾ ਏਰੀਆ ਲੈ ਕੇ ਉਹਦੇ ਵਿੱਚ ਦੇਖ ਲਈਦਾ ਕਿੰਨੇ ਮਾਈਕਰੋ ਆਰਗੈਨਿਜ਼ਮਸ ਹੈਗੇ ਆ, ਉਹਨਾਂ ਦੇ ਨੰਬਰ ਜਿਹੜੇ ਆ ਉਹ ਹੁੰਦੀ ਹੈ ਡੈਂਸਿਟੀ ਆਫ ਮਾਈਕਰੋ ਆਰਗੈਨਿਜ਼ਮਸ। ਫਿਰ ਹੈਗਾ ਆ ਡੈਂਸਿਟੀ ਆਫ ਫਾਈਟੋਪਲੈਂਕਟਨਸ ਇਨ ਵਾਟਰ। ਇਹ ਐਕਸਪ੍ਰੈਸਡ ਹੁੰਦੀ ਹੈ ਐਸ 2 ਮਿਲੀਅਨ ਸੈਲਸ ਪਰ ਕਿਊਬਿਕ ਮੀਟਰ। ਤਾਂ ਇਹ ਤੁਸੀਂ ਇੱਕ ਅੱਧਾ ਡਾਟਾ ਇਹ 'ਚੋਂ ਯਾਦ ਰੱਖ ਲੈਣਾ, ਸਾਰੇ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਆਪਣੇ ਹਿਸਾਬ ਨਾਲ ਆਨਸਰ ਦੇ ਵਿੱਚ ਲਿਖ ਦੇਣਾ ਆ। ਇਹ ਸਾਰੀਆਂ ਜਿਹੜੀਆਂ ਨੰਬਰ ਆਪਾਂ ਨੂੰ ਮਿਲਦੇ ਆ ਇਹ ਹੋ ਗਈ ਨੂਮੈਰੀਕਲ ਡੈਂਸਿਟੀ, ਠੀਕ ਹੈ। ਫਿਰ ਡੈਂਸਿਟੀ ਆਫ ਫਿਸ਼ਿਸ ਇਨ ਪੌਂਡਸ, ਇਹ ਵੇਟ। ਕਈ ਚੀਜ਼ਾਂ ਆਪਾਂ ਨੰਬਰ 'ਚ ਫਾਈਂਡ ਕਰਦੇ ਹਾਂ, ਕਈ ਜਿਹੜੇ ਵੇਟ 'ਚ। ਤਾਂ ਉਹ ਹੋ ਗਿਆ 100 ਮੰਨ ਲਓ ਪਾਊਂਡਸ ਫਿਸ਼ ਹੁੰਦੀ ਆ ਪਰ ਹੈਕਟੇਅਰ ਆਫ ਵਾਟਰ, ਇਹਨੂੰ ਅਸੀਂ ਕਹਿ ਸਕਦੇ ਹਾਂ ਬਾਇਓਮਾਸ ਡੈਂਸਿਟੀ, ਠੀਕ ਹੈ। ਵੇਟ ਜਿੱਥੇ ਨਾਪਣਾ ਆ।
ਹੁਣ ਅਗਰ ਨੇਚਰ ਦੀ ਗੱਲ ਕਰੀਏ ਤਾਂ ਆਰਗੈਨਿਜ਼ਮਸ ਜਿਹੜੇ ਆ ਉਹ ਯੂਨੀਫਾਰਮਲੀ ਨਹੀਂ ਡਿਸਟ੍ਰੀਬਿਊਟਡ ਹੁੰਦੇ। ਉਹ ਆਪਾਂ ਨੂੰ ਪਤਾ ਹੀ ਆ, ਕੋਈ ਆਰਗੈਨਿਜ਼ਮ ਕਿਤੇ ਆ, ਕਿਸੇ ਦੇ 10, ਮੰਨ ਲਓ ਗੜਸ਼ੰਕਰ ਦੀ ਗੱਲ ਕਰੀਏ, ਹੋ ਸਕਦਾ ਆ ਕਿ ਉੱਥੇ ਡੌਗਸ ਜਿਹੜੇ ਉਹ 10 ਹੋਣ, ਕੈਟਸ ਜਿਹੜੀਆਂ 15 ਹੋਣ। ਤਾਂ ਹਰ ਚੀਜ਼ ਅੱਗੇ ਉਹਨਾਂ ਦੀ ਜਿਹੜੀ ਵੈਰਾਈਟੀ ਆ, ਸਪੋਜ਼ 4 ਵੈਰਾਈਟੀਜ਼ ਹੈ ਤਾਂ 4ਾਂ ਦੇ ਇੱਕ ਕਿਸੇ ਦਾ ਪ੍ਰੈਜ਼ੈਂਟ ਹੈ, ਕਿਸੇ ਦੇ 10-10। ਤਾਂ ਇੱਦਾਂ ਯੂਨੀਫਾਰਮ ਡਿਸਟ੍ਰੀਬਿਊਸ਼ਨ ਨਹੀਂ ਹੁੰਦਾ। ਆਰਗੈਨਿਜ਼ਮਸ ਜਿਹੜੇ ਉਹ ਗਰੁੱਪਸ 'ਚ ਰਹਿੰਦੇ ਆ। ਪਲਾਂਟਸ ਜਨਰਲੀ ਗਰੋ ਇਨ ਆਈਸੋਲੇਟਡ ਪੈਚਿਸ। ਹੁਣ ਕਈ ਵਾਰ ਕੀ ਹੁੰਦਾ ਆ ਕਿ ਅੱਕ ਇੱਥੇ ਗਰੋ ਕੀਤਾ ਆ ਪੈਚਿਸ, ਫਿਰ ਤੁਹਾਨੂੰ ਹੋ ਸਕਦਾ ਕਿ ਆਪਣੇ ਆ ਸਿਵਲ ਹੌਸਪੀਟਲ ਕੋਲ ਮਿਲ ਗਏ, ਆ ਕਾਲਜ ਤੋਂ ਕਿਤੇ ਅੱਗੇ ਬਿਜਲੀ ਘਰ ਵੱਲ ਮਿਲ ਗਏ। ਤਾਂ ਇਸ ਤਰ੍ਹਾਂ ਅਲੱਗ ਖਿਲਰੇ ਉਹ ਹੁੰਦੇ ਆ ਪਲਾਂਟਸ। ਐ ਨਹੀਂ ਹੈਗਾ ਕਿ ਇੱਦਾਂ ਲਾਈਨ ਵਾਈਜ਼ ਪੂਰੀ ਕਾਲਜ ਰੋਡ 'ਤੇ ਹੋਰ ਹੁਸ਼ਿਆਰਪੁਰ ਰੋਡ 'ਤੇ, ਬੰਗਾ ਰੋਡ 'ਤੇ ਇੱਦਾਂ ਨਹੀਂ ਹੈਗਾ ਡਿਸਟ੍ਰੀਬਿਊਟਡ ਹੋਣਗੇ ਸੇਮ। ਇਸ ਕਰਕੇ ਪਾਪੂਲੇਸ਼ਨ ਡੈਂਸਿਟੀ ਜਿਹੜੀ ਆ ਆਫ ਇੰਟਾਇਰ ਏਰੀਆ, ਪੂਰੇ ਏਰੀਆ ਦੀ ਡਿਫਰੈਂਟ ਹੋਏਗੀ ਦੈਨ ਦਾ ਡੈਂਸਿਟੀ ਆਫ ਆਈਸੋਲੇਟਡ ਪੈਚਿਸ। ਤਾਂ ਪਤਾ ਹੀ ਆ, ਇਹ ਤਾਂ ਕਲੀਅਰ ਹੀ ਆ ਕਿ ਪੂਰੇ ਏਰੀਆ ਦੀ ਜਿਹੜੀ ਡੈਂਸਿਟੀ ਆ ਉਹ ਪੈਚਿਸ, ਜਿੱਥੇ ਡੈਂਸਿਟੀ ਆਰਗੈਨਿਜ਼ਮ ਪੈਚਿਸ 'ਚ ਪ੍ਰੈਜ਼ੈਂਟ ਹੋਣੇ, ਉਹ ਦੋਨਾਂ ਦੀ ਡਿਫਰੈਂਟ ਹੋਏਗੀ। ਇਸ ਕਰਕੇ ਪਾਪੂਲੇਸ਼ਨ ਡੈਂਸਿਟੀ ਨੂੰ 2 ਭਾਗਾਂ 'ਚ ਡਿਵਾਈਡ ਕੀਤਾ ਗਿਆ ਆ, ਕ੍ਰਿਊਡ ਡੈਂਸਿਟੀ ਅਤੇ ਈਕੋਲੋਜੀਕਲ ਡੈਂਸਿਟੀ। ਬਹੁਤ ਵੈਰੀ ਇੰਪੋਰਟੈਂਟ ਆ ਅਤੇ ਈਜ਼ੀ ਵੀ ਆ। ਕ੍ਰਿਊਡ ਡੈਂਸਿਟੀ ਕੀ ਆ? ਡੈਂਸਿਟੀ ਆਫ ਪਾਪੂਲੇਸ਼ਨ ਐਕਸਪ੍ਰੈਸਡ with reference to total area or volume at a particular time। ਸਪੋਜ਼ ਬੇਟਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅਗਰ ਅਸੀਂ ਕਿਸੇ ਜੰਗਲ ਨੂੰ ਦੇਖੀਏ ਤਾਂ ਵੱਡੇ ਟਰੀ ਆ ਜੰਗਲ ਦੇ ਵਿੱਚ, ਆ ਛੋਟੀ ਸ਼ਰਬਸ ਆ ਜਿਹੜੀਆਂ ਕਿ ਸ਼ੇਡ ਦੇ ਵਿੱਚ ਗਰੋ ਕਰਦੀਆਂ। ਹੁਣ ਕੁਛ ਜਿਹੜੀਆਂ ਅਸੀਂ ਸ਼ੇਡੀ ਪਲਾਂਟਸ ਦੀ ਮੰਨ ਲਓ ਡੈਂਸਿਟੀ ਫਾਈਂਡ ਕਰਨੀ ਆ, ਤਾਂ ਥੋੜ੍ਹੀ ਜਿਹੜੇ ਸ਼ੇਡ ਪਲਾਂਟਸ ਆ ਉਹ ਟਰੀਜ਼ ਦੇ ਅੰਡਰ ਜੰਗਲ ਦੇ ਵਿੱਚ ਪ੍ਰੈਜ਼ੈਂਟ ਆ। ਕੁਛ ਜਿਹੜੇ ਸ਼ੇਡੀ ਪਲਾਂਟਸ ਆ ਉਹ ਮੰਨ ਲਓ ਕਿ ਓਪਨ ਏਰੀਆ ਗ੍ਰਾਸਲੈਂਡ ਦੇ ਵਿੱਚ, ਜੰਗਲ ਤੋਂ ਬਾਹਰ ਓਪਨ ਏਰੀਆ ਗ੍ਰਾਸਲੈਂਡ ਕਿਤੇ ਪ੍ਰੈਜ਼ੈਂਟ ਆ। ਹੁਣ ਕ੍ਰੂਡ ਡੈਂਸਿਟੀ ਔਰ ਈਕੋਲੋਜੀਕਲ ਡੈਂਸਿਟੀ ਦੇ ਵਿੱਚ ਕੀ ਫ਼ਰਕ ਹੋਏਗਾ ਕਿ ਡੈਂਸਿਟੀ ਜਿਹੜੀ ਅਸੀਂ ਡੈਂਸਿਟੀ ਪਾਪੂਲੇਸ਼ਨ ਦੀ ਐਕਸਪ੍ਰੈਸ ਕਰਦੇ ਹਾਂ ਵਿਦ ਰੈਫਰੈਂਸ ਟੂ ਟੋਟਲ ਏਰੀਆ ਔਰ ਐਟ ਅ ਟੋਟਲ ਏਰੀਆ ਔਰ ਵੋਲਿਊਮ ਐਟ ਅ ਪਰਟੀਕੂਲਰ ਟਾਈਮ। ਮਤਲਬ ਪੂਰੇ ਏਰੀਆ ਦੀ, ਇੱਥੇ ਜੰਗਲ 'ਚ ਵੀ ਜਿਹੜੇ ਸ਼ੇਡੀ ਪਲਾਂਟਸ ਪ੍ਰੈਜ਼ੈਂਟ ਆ, ਓਪਨ ਏਰੀਆ 'ਚ ਵੀ ਜਿਹੜੇ ਸ਼ੇਡੀ ਪਲਾਂਟਸ ਪ੍ਰੈਜ਼ੈਂਟ ਆ, ਇਹ ਸਾਰੀ ਜਿਹੜੀ ਟੋਟਲ ਡੈਂਸਿਟੀ ਆ ਪਰ ਯੂਨਿਟ ਟਾਈਮ, ਇੱਕ ਟਾਈਮ 'ਤੇ, ਉਹ ਹੋ ਗਈ ਕ੍ਰਿਊਡ ਡੈਂਸਿਟੀ। ਇੱਕ ਵਾਰੀ ਮੈਂ ਰਿਪੀਟ ਕਰ ਦਿੰਦੀ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਸਪੀਸ਼ੀਜ਼ ਪ੍ਰੈਜ਼ੈਂਟ ਆ ਇੱਕ ਪਰਟੀਕੂਲਰ ਟਾਈਮ 'ਤੇ, ਜਦੋਂ ਅਸੀਂ ਉਹਦੀ ਗਣਨਾ ਕਰਨੀ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਕ੍ਰਿਊਡ ਡੈਂਸਿਟੀ। ਮਤਲਬ ਕਿ ਟੋਟਲ ਨੰਬਰ ਆਫ ਸਪੀਸ਼ੀਜ਼ ਪ੍ਰੈਜ਼ੈਂਟ everywhere in the surveyed area at a particular time, ਉਹਨੂੰ ਅਸੀਂ ਕਹਿੰਦੇ ਹਾਂ ਕ੍ਰਿਊਡ ਡੈਂਸਿਟੀ। ਹੁਣ ਈਕੋਲੋਜੀਕਲ ਕੀ ਹੋ ਗਈ? ਡੈਂਸਿਟੀ ਆਫ ਪਾਪੂਲੇਸ਼ਨ ਐਕਸਪ੍ਰੈਸਡ ਵਿਦ ਰੈਫਰੈਂਸ ਟੂ ਐਕਚੁਅਲ ਹੈਬਿਟੈਟ ਸਪੇਸ। ਕਿ ਮੰਨ ਲਓ ਸਿਰਫ ਆਹ ਜੰਗਲ ਦੇ ਅੰਦਰ ਵਾਲੇ ਜਿਹੜੇ ਸ਼ੇਡੀ ਪਲਾਂਟਸ ਆ, ਇਹ ਹੋ ਗਈ ਈਕੋਲੋਜੀਕਲ ਡੈਂਸਿਟੀ ਕਿ ਆਪਣੇ ਆਪਣੇ ਹੈਬੀਟੈਟ 'ਚ ਜਿੱਥੇ ਜਿੱਥੇ ਕਿਤੇ ਵੀ ਪ੍ਰੈਜ਼ੈਂਟ ਆ, ਸਿਰਫ ਉੱਥੇ ਦੀ ਅਗਰ ਅਸੀਂ ਸਟੱਡੀ ਕਰੀਏ ਤਾਂ ਇਹ ਹੋ ਗਈ ਈਕੋਲੋਜੀਕਲ ਡੈਂਸਿਟੀ। ਪੂਰੇ ਜਿਹੜੇ ਦੋਨੋਂ ਜਗ੍ਹਾ ਪ੍ਰੈਜ਼ੈਂਟ ਆ ਇਹੀ ਸ਼ੇਡ ਲਵਿੰਗ ਪਲਾਂਟਸ, ਇਹ ਹੋ ਗਈ ਕ੍ਰਿਊਡ ਡੈਂਸਿਟੀ। ਹੁਣ ਡਿਸਟਿੰਕਸ਼ਨ ਕੀ ਹੈ ਕ੍ਰਿਊਡ ਡੈਂਸਿਟੀ ਅਤੇ ਈਕੋਲੋਜੀ? ਇਹ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਆ, ਅਕੇਸ਼ੀਆ ਟੋਰਾ ਦੀ ਸ਼ੇਡ ਲਵਿੰਗ ਪਲਾਂਟ ਆ, ਠੀਕ ਹੈ। ਇਹ ਤਾਂ ਤੁਸੀਂ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ। ਪਾਪੂਲੇਸ਼ਨ ਡੈਂਸਿਟੀ ਜਿਹੜਾ ਹੁਣ ਇੰਪੋਰਟੈਂਟ ਹੈ, ਇਹਨੂੰ ਅਸੀਂ ਕੈਲਕੂਲੇਟ ਕਿਵੇਂ ਕਰ ਸਕਾਂਗੇ? ਇੱਕ ਫਾਰਮੂਲਾ ਆ, D density is equal to N means number of individuals, A
ए छोटा मीनस एरिया जिथे वो इंडिविजुअल्स प्रैजेंट आ अपॉन टाइम, ठीक है। इनू असी कहने आ डेंसिटी। तो ये तुसी फॉर्मूला वेरी वेरी इंपॉर्टेंट, इनू याद रखना है। फिर बेटा नैक्सट असी जे गल करिए तो नैटैलिटी और बर्थ रेट, नाम तो ही क्लीयर है। नैटैलिटी मीनस जिन्ने इंडिविजुअल्स ने जन्म लिया आ एक पर्टिकुलर एरिया और पर्टिकुलर टाइम ते, उन्होंने आपां कहने आ बर्थ रेट। चाहे वो हुण एनीमल आ, चाहे ह्यूमन बीइंग आ, चाहे प्लांट्स आ, पर आपां इत्थे बॉटनी पढ़ रहे हैं, इस करके असी प्लांट्स की गल करांगे। न्यू इंडिविजुअल्स आर प्रोड्यूस बाय जर्मीनेशन ऑफ सीड्स हो गया, स्पोर्स हो गए, ये तुसीं सारा रिप्रोडक्शन पढ़िया है, बल्ब्स वगैरह। इनू असी कहने आ बर्थ रेट या नैटैलिटी रेट। तो इनू असी नंबर ऑफ स्प्रिंग्स प्रोड्यूस पर फीमेल पर यूनिट टाइम भी डिफाइन कर सकते हैं। कैलकुलेटेड बाय फार्मूला नैटैलिटी रेट इज इक्वल टू बर्थ अपॉन टाइम। हुण ये मैक्सीमम भी हो सकता है, पोटेंशियल, एब्सोल्यूट, बायोलॉजिकल, बायोटिक पोटेंशियल, नैटैलिटी। Maximum number of new individuals which can be produced per individual under ideal environmental conditions, है ना। मैक्सीमम नंबर ते जेड़े मिनीमम है वो मिनीमम नंबर च जेड़े प्रोड्यूस्ड होए आ। एक मैक्सीमम तुसी मौसम विभाग दा जदों भी वो दसदे आ फोरकास्टिंग, तो एक आपां नूं मैक्सीमम टैंपरेचर दसदे आ दिन दा, है ना, और एक मिनीमम टैंपरेचर दसदे आ। तो ऐसे ही तरह जदों वध तो वध नंबर ऑफ इंडिविजुअल्स पैदा होए वो मैक्सीमम नैटैलिटी हो गई, घट्टो घट्ट किन्ने होए एक दिन दे या पर्टिकुलर एरिया पर्टिकुलर टाइम ते, वो हो गया मिनिमम नैटैलिटी रेट। इकोलॉजिकल और रिवील्ड एक्चुअली। फिर नेक्स्ट फैक्टर इज मॉर्टेलिटी रेट। मॉर्टेलिटी किया डेथ रेट। देख रहे होगे बच्चे? यस बेटा जाओ आप। मॉर्टेलिटी हैगा डेथ रेट कि नंबर ऑफ इंडिविजुअल्स जेड़े मरे पर यूनिट एरिया पर यूनिट टाइम ते, ਉਹਨੂੰ ਆਪਾਂ ਕਹਿੰਦੇ ਆ ਮੋਰਟੈਲਿਟੀ ਰੇਟ। ਮੋਰਟੈਲਿਟੀ ਇਜ਼ ਇਕੁਅਲ ਟੂ ਡੈਥ ਅਪੋਨ ਟਾਈਮ। ਇਹਦੇ ਵਿੱਚ ਵੀ ਮੈਕਸੀਮਮ ਹੋਏਗਾ ਤੇ ਮਿਨੀਮਮ ਹੋਏਗਾ, ਠੀਕ ਹੈ। ਫਿਰ ਹੈਗਾ ਸਰਵਾਈਵਰਸ਼ਿਪ ਕਿ ਇੰਨਾ ਕੰਪੀਟੀਸ਼ਨ ਫॉर ਫੂਡ ਸ਼ੈਲਟਰ, है ना, तो कुछ नैचुरल कैलैमिटीज़ कारण भी डैथ हो सकती है। पर इन्हां सारिया फैक्टर्स के बावजूद भी किन्ने इंडिविजुअल सर्वाइव करते हैं एक पर्टिकुलर एरिया पर्टिकुलर टाइम ते, उन्होंने आपां कहने सर्वाइवल रेट। M1 अपॉन M0 इंटू 100। तो यह M0 की होया नंबर ऑफ मार्क्ड इंडिविजुअल्स एट द बिगनिंग, M1 नंबर ऑफ सर्वाइविंग इंडिविजुअल्स ते एट द टाइम इंटरवल, मतलब पर्टिकुलर टाइम ते। हुण सर्वाइवल रेट्स ऑफ पॉपूलेशन जड़े आ ओनू असी सर्वाइवरशिप कर्व्स ड्रॉ करके आपां दस सकते हैं। सर्वाइवल ड्यूरिंग डिफरेंट पीरियड्स ऑफ टाइम, ये जड़े कर्व आ कॉनकेव कर्व बनेगा। Concave curves indicate mortality is very high during the younger stages. Such curves are obtained in case of many annual plants. Second next है diagonal curves. Diagonal curves जड़ा है वो indicate करते mortality rate constant among individuals of all ages, कि जिन्ने क मरने आ वो constant जा है कि जे 5 मरे तो 5 ही डाटा रह गया पर एक टाइम ते, वो हो गया डायगनल कर्व्स। फिर नैक्सट जिहड़ा हैगा आ एक कन्वैक्स कर्व भी हुंदा आ। कन्वैक्स कर्व जिहड़ा आ वो इंडिकेट करदा आ मॉर्टेलिटी इज़ लैस ड्यूरिंग यंग एंड अडल्ट स्टेज। तो बेटा ये सिर्फ मॉर्टेलिटी मतलब डैथ रेट आ,
कि केस वेले डैथ रेट ज़्यादा होंदी है, केस वेले घट होंदी है। वैसे डैथ तो फिक्स नहीं हैगी, पता ही है, वो एक नैचुरल प्रोसैस है। पर फिर भी जदों सपोज तुसीं इस वीक सर्वे किया है और गढ़शंकर या नवां शहर च लगा लो सर्वे किया है, तो हुण एक वीक च 7 डेज़ आते हैं, तो 7 डेज़ का तुसीं डाटा लेना है। अज किन्ने, कल किन्ने, परसों किन्ने, किन्ने ने बर्थ लिया, किन्ने दी डैथ होई, किन्ने बीमार होए, तो वो सारा कैलकुलेट करके आपां डैथ रेट आपां नूं पता लग जानी है, माइनस करके बर्थ और डैथ माइनस करके, तो वो हो गया सर्वाइवर ऑफ दैट पॉपुलेशन। फिर नैक्सट जिहड़ा फैक्टर हैगा वो हैगा पॉपुलेशन ग्रोथ। ये तो पता ही है कि कितनी ग्रोथ हुई है पॉपुलेशन दी, है ना। ये नहीं हैगा कि इंडिविजुअल्स ने अज जन्म लिया आ ते अज ही मर गए, या कल जन्म लिया कल ही मर गए। नो, वो प्रॉपर अपनी लाइफ स्पेंड करते हैं, किमें करते हैं, कितनी ग्रोथ हुई है, किन्नियां ने जन्म लिया, ये सारी जिहड़ी है ग्रोथ दे विच आंदी है। इनक्रीज इन द साइज़ ऑफ पॉपुलेशन, उहनूं आपां कहने पॉपुलेशन ग्रोथ। ये डिपेंडेंट होंदी है, हुण पता है कुछ फैक्टर्स ही रोल प्ले करनगे पॉपुलेशन नूं बचाउण च, सर्वाइव करन च, डैथ च, बर्थ लैंड, बायोटिक पोटैंशियल ते इन्वायरमेंटल फैक्टर्स जिहड़े इहदे विच काम करदे आ, ओह हैगे हुंदे आ। फिर जिहड़े असीं नैक्सट गल कर रहे सीगे, सॉरी नैटैलिटी रेट हो गई। पॉपुलेशन ग्रोथ दे विच सब तो पहला बायोटिक पोटैंशियल असीं देखना आ। बायोटिक मतलब लिविंग हुंदा आ। यह इनहेरेंट प्रॉपर्टी ऑफ एन ऑर्गेनिज्म, इनहेरेंट मतलब जिहड़ी पेरेंट्स तो गेन कीती होवे, टू रिप्रोड्यूस, सर्वाइव एंड इनक्रीज इन नंबर। रिप्रोडक्शन होया, जिंदा रहा, तो ਉਹਦੇ नंबर पॉपुलेशन ਉਹ स्पीशीज़ ਦੇ नंबर इनक्रीज़ होए या इंडिविजुअल ਦੇ नंबर इनक्रीज़ होए, ਉਹਨੂੰ ਚਾਹੇ ਉੱਥੇ ਜਿੱਦਾਂ ਦੇ ਮਰਜ਼ੀ ਫੈਕਟਰ ਸੀਗੇ, ਉਹਨੂੰ ਆਪਾਂ ਕਹਿੰਦੇ ਆ ਬਾਇਓਟਿਕ ਪੋਟੈਂਸ਼ੀਅਲ। ਹੁਣ ਇਨਵਾਇਰਮੈਂਟਲ ਰੈਜ਼ਿਸਟੈਂਸ ਕੀ ਆ? ਮੋਸਟ ਇੰਪੋਰਟੈਂਟ ਫੈਕਟਰ ਆ ਜਿਹੜਾ ਪੋਪੂਲੇਸ਼ਨ ਨੂੰ ਕੰਟਰੋਲ ਕਰਦਾ ਹੈ। ਮੈਂ ਪਹਿਲਾਂ ਵੀ ਦੱਸਿਆ कि अज किसी बेबी ने बर्थ लिया, उत्थे हड़ आ गया, भूकंप आ गया, छत डिग गई, वो छत के नीचे दब गया, डैथ हो गई, वो फिर नैचुरल कैलैमिटी होया। इन्वायरमेंटल फैक्टर्स जिहड़े आ वो रोल प्ले करते हैं मेजर पॉपुलेशन नूं बचाउण च, ग्रो करन। हुण जे मान लो छत भी डिग गई, बच्चे ते ही गिरी, लेकिन फिर भी वो जिंदा बचदा आ, तो वो हो गया साडी रेजिस्टेंस टू इन्वायरमेंट। तो इन्वायरमेंट जिहड़े आ ओह डिफरेंट इन्वायरमेंटल फैक्टर्स जिहड़े डिक्रीज़ करदे आ पॉपुलेशन नूं, वो हैगे नैचुरल डैथ, डिजीज़ेस, फायर, विंड, प्रेडेशन, पर्टिकुलर हैबिटेट नहीं मिलिया, इमीग्रेशन, ते लिमिटेड नैचुरल रिसोर्सिस, फूड नहीं मिलिया, शैल्टर नहीं मिलिया। ये सारे जिहड़े फैक्टर्स आ, ये इन्वायरमेंटल फैक्टर्स है जिहड़े डिक्रीज़ करदे आ पॉपुलेशन नूं। फिर बेटा दैन जिहड़ा साडा आएगा ग्रोथ कर्व आना है, उस तो बाद हुण पॉपुलेशन का इनक्रीज़ जिहड़ा है वो डिपेंड करेगा बैलेंस बिटवीन बायोटिक पोटैंशियल ते इन्वायरमेंटल रेजिस्टेंस। ये चीज़ खास ध्यान रखनी है कि इनक्रीज़ इन पॉपुलेशन विल डिपेंड ऑन बैलेंस। जे बायोटिक पोटैंशियल और इन्वायरमेंटल रेजिस्टेंस च जे बैलेंस होया तां ही पॉपुलेशन जिहड़ी है इनक्रीज़ होनी है, अदरवाइज पॉपुलेशन जिहड़ी है वो घटी जानी है ना। ये लिए फॉर्मूला हैगा पॉपुलेशन इज इक्वल टू बायोटिक पोटैंशियल माइनस इन्वायरमेंटल रेजिस्टेंस। तो मैं हुणे ही एग्जांपल दित्ती है कि बेबी ने बर्थ लिया, हड़ भूकंप आ गया, छत गिर गई, मर गया,
ਉਹ ਤਾਂ ਹੋ ਗਏ ਨੈਗੇਟਿਵ ਇਨਵਾਇਰਮੈਂਟਲ ਫੈਕਟਰਸ ਨੇ ਰੋਲ ਪਲੇ ਕੀਤਾ। ਛੱਤ ਡਿੱਗਣ ਦੇ ਬਾਵਜੂਦ ਵੀ ਮਾਰੇ ਬਚ ਗਿਆ ਬੱਚਾ, ਉਹ ਹੋ ਗਿਆ ਪੋਜ਼ੀਟਿਵ ਇਨਵਾਇਰਮੈਂਟਲ ਫੈਕਟਰ। ਤੇ ਵੈਸੇ ਹੀ ਬਚ ਗਿਆ, ਬੱਚੇ ਨੇ ਸਹੀ ਸਲਾਮਤ ਜਨਮ ਲਿਆ, ਉਹ ਆਪਣੀ ਲਾਈਫ ਅਵੇਲ ਕਰ ਰਿਹਾ, ਗਰੋ ਕਰ ਰਿਹਾ, ਲਾਈਫ ਸਪੈਂਡ ਕਰ ਰਿਹਾ ਆ, ਉਹ ਵੀ ਇਨਕਰੀਜ਼ ਇਨ ਪਾਪੂਲੇਸ਼ਨ ਹੋ ਗਿਆ। ਤਾਂ ਇੱਦਾਂ ਬਹੁਤ ਸਾਰੇ ਫੈਕਟਰਸ ਆ। ਫਿਰ ਹੈਗਾ ਜਿਹੜਾ ਸਭ ਤੋਂ ਇੰਪੋਰਟੈਂਟ ਆ, ਦੈਟ ਇਜ਼ ਕੈਰਿੰਗ ਕਪੈਸਿਟੀ। ਇਨਵਾਇਰਮੈਂਟ ਦਿੰਦਾ ਆ ਸਪੇਸ, ਵਾਟਰ, ਨਿਊਟਰੀਐਂਟਸ, ਗੈਸਿਸ, ਅਦਰ ਰਿਸੋਰਸਿਸ, ਜਿਹਦੇ 'ਤੇ ਗਰੋਥ ਜਿਹੜੀ ਆ ਪਾਪੂਲੇਸ਼ਨ ਦੀ ਉਹ ਡਿਪੈਂਡ ਹੁੰਦੀ ਆ। ਆਲ ਥੀਸ ਫੈਕਟਰਸ ਸਪੋਰਟਸ ਦ ਗਰੋਥ ਆਫ ਪਾਪੂਲੇਸ਼ਨ। ਹੁਣ ਨੰਬਰ ਆਫ ਇੰਡੀਵਿਜੂਅਲਸ ਅਤੇ ਡੈਂਸਿਟੀ ਆਫ ਪਾਪੂਲੇਸ਼ਨ ਇਹ ਡਿਪੈਂਡ ਅਪੋਨ ਥੀਸ ਰਿਸੋਰਸਿਸ। Sum total of all the resources of environment can support a definite number of individuals and not more than that। ਹੁਣ ਕੀ ਆ, ਜਿੰਨੇ ਸਪੋਜ਼ ਗੜਸ਼ੰਕਰ ਆ, ਇਹਦੇ ਕੋਲ ਲਿਮਿਟਿਡ ਸਪੇਸ ਆ, ਲਿਮਿਟਿਡ ਫੂਡ ਹੈਗੇ ਆ, ਅਤੇ ਉਹ ਓਨੀ ਲਿਮਿਟਿਡ ਘਰ ਬਣੇ ਹੋਏ ਆ, ਲਿਮਿਟਿਡ ਸੜਕਾਂ ਆ, ਤਾਂ ਓਨੀ ਪਾਪੂਲੇਸ਼ਨ ਮੰਨ ਲਓ 1000 ਬੰਦੇ ਨੂੰ ਹੀ ਸਪੋਰਟ ਕਰ ਸਕਦੀ, ਇਸ ਤੋਂ ਵੱਧ ਨਹੀਂ। ਇਸ ਤੋਂ ਵੱਧ 10, 15, 20 ਐਡਜਸਟ ਹੋਣਗੇ, ਲੇਕਿਨ ਉਸ ਤੋਂ ਜ਼ਿਆਦਾ ਨਹੀਂ ਹੋਣਗੇ। ਤਾਂ ਇਹ ਸਾਰੇ ਜਿਹੜੇ ਆ ਮੈਕਸੀਮਮ ਨੰਬਰ ਆਫ ਇੰਡੀਵਿਜੂਅਲਸ ਆਫ ਅ ਪਾਪੂਲੇਸ਼ਨ ਵਿਚ ਕੈਨ ਬੀ ਸਪੋਰਟਡ ਬਾਈ ਅਵੇਲੇਬਲ ਰਿਸੋਰਸਿਸ ਆਫ ਇਨਵਾਇਰਮੈਂਟ ਇਨ ਅ ਗਿਵਨ ਏਰੀਆ ਇਜ਼ ਰੈਫਰ ਟੂ ਐਜ਼ ਕੈਰਿੰਗ ਕਪੈਸਿਟੀ। ਤਾਂ ਉਸ ਪਰਟੀਕੂਲਰ ਏਰੀਆ ਦੀ ਜਿੰਨੀ ਕਪੈਸਿਟੀ ਹੋਏਗੀ ਟੂ ਸਪੋਰਟ ਪਾਪੂਲੇਸ਼ਨ, ਸਾਰੇ ਉਹਦੀਆਂ ਸਾਰੀਆਂ ਨੀਡਸ ਫੁਲਫਿਲ ਹੋਣ, ਉਹਨੂੰ ਆਪਾਂ ਕਹਿੰਦੇ ਹਾਂ ਕੈਰਿੰਗ ਕਪੈਸਿਟੀ। ਕੈਰਿੰਗ ਮਤਲਬ ਜਿੰਨੇ ਰੱਖ ਸਕਦੇ ਆ। ਫਿਰ ਆਹ ਤਾਂ ਇੰਪੋਰਟੈਂਟ ਹੈ, ਤੁਸੀਂ ਹਮੇਸ਼ਾ ਪੜ੍ਹਿਆ ਹੋਣਾ ਆ, ਪਾਪੂਲੇਸ਼ਨ ਗਰੋਥ ਕਰਵਸ। ਇਹ ਦੋ ਤਰ੍ਹਾਂ ਦੇ ਗਰੋਥ ਕਰਵਸ ਹੁੰਦੇ ਆ, ਇੱਕ ਜੇ ਸ਼ੇਪਡ ਆ, ਇੱਕ ਐਸ ਸ਼ੇਪਡ ਹੁੰਦਾ ਆ। ਐਸ ਜਿਹੜਾ ਆ ਉਹ ਸਿਗਮੋਇਡ ਕਰਵ ਆ ਇੱਥੇ ਡਾਇਗਰਾਮ 'ਚ ਦੇਖਦੇ ਹਾਂ ਆਪਾਂ। ਹੁਣ ਜੇ ਸ਼ੇਪ ਦੇ ਵਿੱਚ ਕੀ ਹੁੰਦਾ ਆ ਕਿ ਕਿਸੇ ਵੀ ਇੰਡੀਵਿਜੂਅਲ ਦੀ ਪਾਪੂਲੇਸ਼ਨ ਸਟਾਰਟਿੰਗ 'ਚ ਸਲੋ ਗਰੋ ਕਰਦੀ ਆ, ਫਿਰ ਇੱਕਦਮ ਹੌਲੀ 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 ਜ਼ਿਆਦਾ ਗਰੋ ਕਰਦੀ ਆ, ਗਰੋ ਕਰਕੇ ਫਿਰ ਇੱਕ ਸਟੇਜ 'ਤੇ ਕੌਨਸਟੈਂਟ ਹੋ ਜਾਂਦੀ ਆ। ਸੇਮ ਵੇ ਐਸ ਦੇ ਵਿੱਚ ਕੀ ਆ, ਹੌਲੀ ਹੌਲੀ ਗਰੋ ਕਰਦੀ ਆ, ਫਿਰ ਜ਼ਿਆਦਾ ਗਰੋ ਕਰਦੀ ਆ, ਫਿਰ ਹੌਲੀ ਹੌਲੀ ਫਿਰ ਸਲੋ ਹੋ ਜਾਂਦੀ ਆ। ਤਾਂ ਸਟਾਰਟਿੰਗ 'ਚ ਸਲੋ ਇਹ ਹੋ ਗਿਆ ਲੈਗ ਫੇਸ, ਫਿਰ ਹੌਲੀ ਹੌਲੀ ਜ਼ਿਆਦਾ ਗਰੋ ਕਰਦੀ ਆ ਲੌਗ ਫੇਸ, ਫਿਰ ਜਿਹੜੇ ਆ ਇਕੁਇਲਿਬਰੀਅਮ ਮਤਲਬ ਬਿਲਕੁਲ ਕੌਨਸਟੈਂਟ ਹੋ ਜਾਂਦੀ ਆ, ਨਾ ਬਹੁਤ ਜ਼ਿਆਦਾ ਹਾਈ ਨਾ ਲੋ, ਇਹਨੂੰ ਆਪਾਂ ਕਹਿੰਦੇ ਇਕੁਇਲਿਬਰੀਅਮ ਫੇਜ਼। ਤਾਂ ਸਿਗਮੋਇਡ ਗਰੋਥ ਕਰਵ